बहुत ही प्यारे विद्यार्थियों, ਤੁਹਾਡਾ बहुत स्वागत है। ਅੱਜ ਦੀ SST ऑनलाइन क्लास ਵਿੱਚ ਅੱਜ ਅਸੀਂ 9ਵੀਂ SST ਲੈਸਨ ਨੰਬਰ 2A ਭਾਰਤ ਧਰਾਤਲ ਭੂ ਆਕ੍ਰਿਤੀਆਂ ਇਸ ਲੈਸਨ ਬਾਰੇ ਪੜਾਂਗੇ। ਪ੍ਰਸ਼ਨ ਨੰਬਰ 1। ਸੋ ਪਿਆਰੇ ਵਿਦਿਆਰਥੀਓ, ਪ੍ਰਸ਼ਨ ਨੰਬਰ 1, ਭਾਰਤ ਨੂੰ ਭੂ ਆਕ੍ਰਿਤਿਕ ਆਧਾਰ 'ਤੇ ਵੰਡ ਕੇ ਦੋ ਭਾਗਾਂ ਦੇ ਨਾਂ ਲਿਖੋ। ਸੋ ਭਾਰਤ ਨੂੰ ਭੂ ਆਕ੍ਰਿਤਿਕ ਦੇ ਆਧਾਰ 'ਤੇ 5 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਕਹਿਣ ਦਾ ਮਤਲਬ ਵੀ ਸਾਡੇ ਦੇਸ਼ ਭਾਰਤ ਦਾ ਧਰਾਤਲ ਇੱਕੋ ਜਿਹਾ ਨਹੀਂ ਗਾ। ਇਸ ਨੂੰ ਅਸੀਂ 5 ਅਲੱਗ-ਅਲੱਗ ਸ਼ੇਪਸ ਦੇ ਅਨੁਸਾਰ ਵੰਡ ਸਕਦੇ ਹਾਂ। ਜਿਸ ਤਰ੍ਹਾਂ ਹਿਮਾਲਿਆ ਪਰਬਤੀ ਖੇਤਰ, ਜਿੱਥੇ ਹਿਮਾਲਾ ਵਰਗੇ ਪਰਬਤ ਨੇ। ਉੱਤਰ ਦਾ ਵਿਸ਼ਾਲ ਮੈਦਾਨ, ਯਾਨੀ ਕਿ ਜਿਸ ਤਰ੍ਹਾਂ ਕਿ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦਾ ਮੈਦਾਨ, ਜਿੱਥੇ ਖੇਤੀਬਾੜੀ ਕੀਤੀ ਜਾਂਦੀ ਹੈ। ਤੀਸਰਾ ਹੈ ਪ੍ਰਾਇਦੀਪੀ ਪਠਾਰ ਦਾ ਖੇਤਰ, ਦੱਖਣ ਭਾਰਤ ਦਾ ਪਠਾਰ ਜਿਹੜਾ ਹਿੰਦ ਮਹਾਸਾਗਰ ਦੇ ਨਾਲ ਖੇਤਰ ਲੱਗਦਾ ਹੈ, ਉਸ ਨੂੰ ਅਸੀਂ ਪ੍ਰਾਇਦੀਪੀ ਪਠਾਰ ਕਹਿੰਦੇ ਹਾਂ। ਚੌਥਾ ਤਟੀ ਮੈਦਾਨ, ਯਾਨੀ ਕਿ ਸਮੁੰਦਰ ਤਟ, ਯਾਨੀ ਕਿ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਦੇ ਨਾਲ, ਤੱਟ ਦੇ ਨਾਲ ਜਿਹੜੇ ਮੈਦਾਨ ਲੱਗਦੇ ਨੇ। ਅਤੇ ਪੰਜਵਾਂ ਭਾਰਤੀ ਦੀਪ, ਯਾਨੀ ਕਿ ਆਈਲੈਂਡਸ, ਜਿਸ ਤਰ੍ਹਾਂ ਅੰਡੇਮਾਨ ਨਿਕੋਬਾਰ ਅਤੇ ਲਕਸ਼ਦੀਪ, ਉਹਨਾਂ ਦੀ ਗੱਲ ਕਰ ਰਹੇ ਹਾਂ। ਸੋ ਪਿਆਰੇ ਵਿਦਿਆਰਥੀਓ, ਇਸ ਪ੍ਰਸ਼ਨ ਵਿੱਚ ਪੁੱਛਿਆ ਗਿਆ ਹੈ ਕਿ ਸਾਡੇ ਦੇਸ਼ ਦੀ ਧਰਤੀ ਕਿਸ ਤਰ੍ਹਾਂ ਦੀ ਹੈ। ਅਸੀਂ ਉਸ ਦੀ ਧਰਾਤਲੀ ਵਿਸ਼ੇਸ਼ਤਾ ਦੇ ਹਿਸਾਬ ਨਾਲ ਅਸੀਂ ਦੱਸ ਦਿੱਤਾ ਕਿ ਉਹ ਇਹਨਾਂ 5 ਪ੍ਰਕਾਰ ਦੀ ਹੈ। ਪ੍ਰਸ਼ਨ ਨੰਬਰ 2, ਜੇ ਤੁਸੀਂ ਗੁਰੂ ਸ਼ਿਖਰ ਉੱਤੇ ਹੋਵੋ ਤਾਂ ਤੁਸੀਂ ਕਿਹੜੀ ਪਹਾੜੀ ਲੜੀ ਵਿੱਚ ਹੋਵੋਗੇ? ਤਾਂ ਅਸੀਂ ਮਾਊਂਟ ਆਬੂ ਦੇ ਉੱਪਰ ਹੋਵਾਂਗੇ। ਰਾਜਸਥਾਨ ਦੇ ਵਿੱਚ ਅਰਾਵਲੀ ਪਰਬਤ ਹੈ ਜਾਂ ਅਰਾਵਲੀ ਪਹਾੜੀ ਹੈ, ਜਿਸ ਦੀ ਪਰਬਤ ਚੋਟੀ ਹੈ ਮਾਊਂਟ ਆਬੂ, ਅਤੇ ਉੱਥੇ ਗੁਰੂ ਸ਼ਿਖਰ ਹੈ। ਠੀਕ ਹੈ। ਤੀਸਰਾ, ਭਾਰਤੀ ਉੱਤਰੀ ਮੈਦਾਨ ਦੀ ਮੋਟੇ ਤੌਰ 'ਤੇ ਲੰਬਾਈ ਚੌੜਾਈ ਕਿੰਨੀ ਹੈ? ਜਿਹੜਾ ਸਾਡਾ ਉੱਤਰ ਦਾ ਮੈਦਾਨ ਹੈ, ਜਿਸ ਨੂੰ ਕਿ ਹਿਮਾਲਾ ਪਰਬਤ ਦੀਆਂ ਨਦੀਆਂ ਨੇ ਬਣਾਇਆ ਹੈ ਆਪਣੇ ਦੁਆਰਾ ਲਿਆਂਦੀ ਗਈ ਉਪਜਾਊ ਮਿੱਟੀ ਦੇ ਨਾਲ, ਤਾਂ ਇਸ ਦੀ ਲੰਬਾਈ ਹੈ 2400 ਕਿਲੋਮੀਟਰ ਅਤੇ ਚੌੜਾਈ ਹੈ 150 ਤੋਂ ਲੈ ਕੇ 300 ਕਿਲੋਮੀਟਰ। ਚੌਥਾ ਪ੍ਰਸ਼ਨ, ਭਾਰਤੀ ਟਾਪੂਆਂ ਨੂੰ ਕਿਹੜੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ? ਟਾਪੂ ਉਹ ਜਗ੍ਹਾ ਹੁੰਦੀ ਹੈ, ਉਹ ਧਰਤੀ ਹੁੰਦੀ ਹੈ ਜਿਹੜੀ ਸਮੁੰਦਰ ਦੇ ਵਿੱਚ ਹੁੰਦੀ ਹੈ, ਜਿਸ ਦੇ ਚਾਰੋਂ ਤਰਫ ਪਾਣੀ ਹੁੰਦਾ ਹੈ। ਠੀਕ ਹੈ। ਅੰਡੇਮਾਨ ਨਿਕੋਬਾਰ ਦੀਪ ਸਮੂਹ ਅਤੇ ਲਕਸ਼ਦੀਪ ਸਮੂਹ, ਇਹ ਭਾਰਤ ਦੇ 2 ਟਾਪੂ ਨੇ। ਨੈਕਸਟ, ਹੇਠ ਲਿਖਿਆਂ ਵਿੱਚੋਂ ਕਿਹੜਾ ਮੈਦਾਨੀ ਭਾਗ ਨਹੀਂ ਹੈ? ਸੋ 4 ਓਪਸ਼ਨਾਂ ਦੇਖੋ ਤੁਸੀਂ, ਇਹਨਾਂ ਵਿੱਚ ਹੈ ਭਾਂਬਰ, ਬਾਂਗਰ, ਕਿਆਲ ਅਤੇ ਕੱਲਰ। ਇਹਨਾਂ 4 ਦੇ ਵਿੱਚੋਂ ਕਿਆਲ ਜਿਹੜਾ ਹੈ ਇਹ ਮੈਦਾਨੀ ਭਾਗ ਨਹੀਂ ਹੈ। 6ਵਾਂ, ਇਹਨਾਂ ਵਿੱਚੋਂ ਕਿਹੜੀ ਝੀਲ ਨਹੀਂ ਹੈ? ਸੈਡਲ, ਸਾਂਬਰ, ਚਿਲਕਾ ਅਤੇ ਵੈਬਾਨੰਦ। ਇਹਨਾਂ 4 ਵਿੱਚੋਂ ਸੈਡਲ ਝੀਲ ਨਹੀਂ ਹੈ। 7ਵਾਂ, ਇਹਨਾਂ ਵਿੱਚੋਂ ਕਿਹੜਾ ਨਾਂ ਬਾਕੀਆਂ ਨਾਲੋਂ ਵੱਖਰਾ ਪਛਾਣ ਵਾਲਾ ਹੈ? ਸ਼ਾਰਦਾ, ਕਾਵੇਰੀ, ਗੋਮਤੀ ਅਤੇ ਯਮੁਨਾ। ਇਹਨਾਂ ਵਿੱਚੋਂ ਕਾਵੇਰੀ ਵੱਖਰੀ ਪਛਾਣ ਵਾਲਾ ਹੈ। ਪਰਬਤੀ, ਕਿਹੜੀ ਪਰਬਤ ਸ਼੍ਰੇਣੀ ਹਿਮਾਲਾ ਪਰਬਤ ਨਹੀਂ ਹੈ? ਸੋ ਓਪਸ਼ਨਾਂ ਹੈਗੀਆਂ ਰਕਸਪੋਸ਼ੀ, ਡਫਲਾ, ਜਾਸਕਰ, ਨੀਲਗਿਰੀ। ਸੋ ਨੀਲਗਿਰੀ ਦੱਖਣ ਭਾਰਤ ਵਿੱਚ ਹੈ ਬੱਚਿਓ, ਇਸ ਕਰਕੇ ਹਿਮਾਲਿਆ ਪਰਬਤ ਦੀ ਪਰਬਤ ਸ਼੍ਰੇਣੀ ਨਹੀਂ ਹੈ, ਜਦਕਿ ਰਕਸਪੋਸ਼ੀ, ਡਫਲਾ ਅਤੇ ਜਾਸਕਰ ਹਿਮਾਲਾ ਪਰਬਤ ਦੇ ਪਾਰਟਸ ਨੇ ਬੇਟਾ। ਨੰਬਰ 1, ਹਿਮਾਲਿਆ ਪਰਬਤ ਦੀ ਉਤਪੱਤੀ 'ਤੇ ਨੋਟ ਲਿਖੋ। ਹਿਮਾਲਾ ਪਰਬਤ ਕਿਸ ਤਰ੍ਹਾਂ ਬਣਿਆ? ਜਿੱਥੇ ਅੱਜ ਹਿਮਾਲਿਆ ਹੈ, ਉੱਥੇ ਕਦੇ 2 ਵੱਡੇ ਭੂ ਖੰਡਾਂ ਨਾਲ ਘਿਰਿਆ ਇੱਕ ਲੰਬਾ ਚੌੜਾ ਟੈਥੀਜ਼ ਨਾਂ ਦਾ ਸਮੁੰਦਰ ਹੁੰਦਾ ਸੀ। ਇਸ ਦੇ ਉੱਤਰ ਵਿੱਚ ਅੰਗਾਰਾ ਲੈਂਡ ਅਤੇ ਦੱਖਣ ਦੇ ਵਿੱਚ ਗੋਂਡਵਾਨਾ ਲੈਂਡ ਨਾਂ ਦੇ 2 ਭੂ ਖੰਡ ਸਨ। ਲੱਖਾਂ ਸਾਲਾਂ ਤੱਕ ਇਹਨਾਂ ਭੂ ਖੰਡਾਂ ਵਿੱਚੋਂ ਛਿੱਜਣ ਦੁਆਰਾ ਕੰਕਰ, ਪੱਥਰ, ਮਿੱਟੀ ਅਤੇ
ਗਾਰ ਆਦਿ ਟੈਥੀਸ ਸਾਗਰ ਵਿੱਚ ਜਮ੍ਹਾਂ ਹੁੰਦੇ ਗਏ। ਹੌਲੀ ਹੌਲੀ ਇਹ ਦੋਵੇਂ ਭੂਖੰਡ ਇੱਕ ਦੂਜੇ ਵੱਲ ਖਿਸਕਣ ਲੱਗੇ, ਜਿਸ ਕਾਰਨ ਸਾਗਰ ਵਿੱਚ ਜੰਮੀ ਹੋਈ ਮਿੱਟੀ ਦੀਆਂ ਪਰਤਾਂ ਵਿੱਚ ਮੋੜ ਪੈਣ ਲੱਗਾ ਅਤੇ ਦੋਵਾਂ ਭੂਖੰਡਾਂ ਦੇ ਖਿਸਕਣ ਕਰਕੇ ਅਤੇ ਸਾਗਰ ਵਿੱਚ ਜਮ੍ਹਾਂ ਹੋਈ ਮਿੱਟੀ ਦੇ ਉੱਪਰ ਉੱਠਣ ਕਾਰਨ ਹਿਮਾਲਿਆ ਪਰਬਤ ਦਾ ਜਨਮ ਹੋਇਆ। ਸੋ ਬੱਚਿਓ, ਹਿਮਾਲਿਆ ਪਰਬਤ ਦੀ ਉਤਪਤੀ ਕਿਸ ਤਰ੍ਹਾਂ ਹੋਈ ਸੀ? ਪਹਿਲਾਂ ਇੱਥੇ ਇੱਕ ਟੈਥੀਸ ਨਾਮ ਦਾ ਇੱਕ ਸਮੁੰਦਰ ਹੁੰਦਾ ਸੀ, ਜਿਸ ਦੇ ਵਿੱਚ ਬਹੁਤ ਸਾਰੇ ਨਿਖੇਪ ਇਕੱਠੇ ਹੁੰਦੇ ਰਹੇ ਅਤੇ ਇੱਕ ਸਮਾਂ ਆਇਆ ਕਿ ਦੋਵੇਂ ਜਿਹੜੇ ਭੂਖੰਡ ਇਸ ਦੇ ਆਲੇ ਦੁਆਲੇ ਸੀ ਉਹ ਆਪਸ ਵਿੱਚ ਇਕੱਠੇ ਹੋਣ ਲੱਗੇ ਅਤੇ ਜਿਹੜਾ ਨਿਖੇਪ ਸੀ ਇਹ ਉੱਪਰ ਉੱਠਣ ਲੱਗਾ, ਜਿਸ ਕਰਕੇ ਹਿਮਾਲਿਆ ਪਰਬਤ ਬਣ ਗਿਆ। ਤੁਹਾਨੂੰ ਪਤਾ ਹੈ ਬੱਚੋ ਵੀ ਹਿਮਾਲਿਆ ਪਰਬਤ ਸੰਸਾਰ ਦਾ ਸਭ ਤੋਂ ਵੱਡਾ ਪਰਬਤ ਹੈ ਅਤੇ ਸੰਸਾਰ ਦੀ ਸਭ ਤੋਂ ਵੱਡੀ ਪਰਬਤ ਚੋਟੀ ਮਾਊਂਟ ਐਵਰੈਸਟ ਨੇਪਾਲ ਦੇ ਵਿੱਚ ਇੱਥੇ ਹੀ ਸਥਿਤ ਹੈ। ਇਹ ਹਿਮਾਲਿਆ ਪਰਬਤ ਸਾਡੇ ਭਾਰਤ ਵਾਸਤੇ ਬਹੁਤ ਜ਼ਿਆਦਾ ਸਹਾਇਕ ਸਿੱਧ ਹੁੰਦਾ ਹੈ। ਇਹ ਵਰਖਾ ਲਿਆਉਣ ਵਿੱਚ ਸਹਾਇਤਾ ਕਰਦਾ ਹੈ। ਇਸ ਤੋਂ ਇਲਾਵਾ ਹਿਮਾਲਿਆ ਪਰਬਤ ਦੇ ਸਾਨੂੰ ਬਹੁਤ ਸਾਰੇ ਲਾਭ ਨੇ, ਜਿਨ੍ਹਾਂ ਬਾਰੇ ਅਸੀਂ ਅੱਗੇ ਜਾਣਕਾਰੀ ਪ੍ਰਾਪਤ ਕਰਾਂਗੇ। ਪ੍ਰਸ਼ਨ ਨੰਬਰ 2, ਖਾਡਰ ਦੇ ਮੈਦਾਨਾਂ ਬਾਰੇ ਦੱਸੋ। ਇਹ ਬੇਟ ਨਾਲੋਂ ਕਿਵੇਂ ਵੱਖਰੇ ਹੁੰਦੇ ਹਨ? ਬੇਟਾ, ਜਿਹੜੇ ਮੈਦਾਨ ਨੇ ਨਾ, ਇਹਨਾਂ ਦੀਆਂ ਕਿਸਮਾਂ ਹੁੰਦੀਆਂ। ਮੈਦਾਨ ਇੱਕੋ ਜਿਹੇ ਨਹੀਂ ਹੁੰਦੇ, ਕਿਤੇ ਖਾਡਰ ਅਤੇ ਕਿਤੇ ਬੇਟ। ਅਸੀਂ ਜਾਣਕਾਰੀ ਪ੍ਰਾਪਤ ਕਰਦੇ ਹਾਂ ਇਸ ਬਾਰੇ। ਖਾਡਰ ਨਵੀਂ ਜਲੋੜ ਮਿੱਟੀ ਵਾਲਾ ਮੈਦਾਨ ਹੈ ਜੋ ਦਰਿਆ ਆਪਣੇ ਨਾਲ ਲਿਆ ਕੇ ਨੀਵੇਂ ਇਲਾਕੇ ਵਿੱਚ ਹੜ੍ਹਾਂ ਦੁਆਰਾ ਵਿਛਾ ਦਿੰਦੇ ਹਨ। ਇਹ ਮਿੱਟੀ ਬਹੁਤ ਉਪਜਾਊ ਹੁੰਦੀ ਹੈ। ਪੰਜਾਬ ਵਿੱਚ ਖਾਡਰ ਮਿੱਟੀ ਦੇ ਇਲਾਕੇ ਨੂੰ ਹੀ ਬੇਟ ਕਿਹਾ ਜਾਂਦਾ ਹੈ। ਸੋ ਖਾਡਰ ਮਿੱਟੀ ਕਿਹੜੀ ਹੋ ਗਈ? ਜਿਹੜੀ ਨਵੀਂ ਜਲੋੜ ਮਿੱਟੀ ਹੈ, ਠੀਕ ਹੈ। ਜਲ ਨਾਲ ਰੁੜ ਕੇ ਆਈ ਮਿੱਟੀ ਨੂੰ ਜਲੋੜ ਮਿੱਟੀ ਕਹਿੰਦੇ ਨੇ। ਨਦੀਆਂ ਆਪਣੇ ਨਾਲ ਇਸ ਮਿੱਟੀ ਨੂੰ ਰੋੜ ਕੇ ਲੈ ਕੇ ਆਉਂਦੀਆਂ ਨੇ ਅਤੇ ਪੰਜਾਬ ਦੇ ਵਿੱਚ ਖਾਡਰ ਨੂੰ ਹੀ ਬੇਟ ਕਿਹਾ ਜਾਂਦਾ, ਠੀਕ ਹੈ। ਪ੍ਰਸ਼ਨ ਨੰਬਰ 3, ਮੱਧ ਹਿਮਾਲਿਆ ਬਾਰੇ ਇੱਕ ਨੋਟ ਲਿਖੋ। ਹਿਮਾਲਿਆ ਪਰਬਤ ਦੀ ਬਹੁਤ ਸਾਰੀਆਂ ਸ਼੍ਰੇਣੀਆਂ ਨੇ, ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਹੈ ਮੱਧ ਹਿਮਾਲਿਆ। ਇਸ ਪਰਬਤ ਸ਼੍ਰੇਣੀ ਨੂੰ ਅੰਦਰੂਨੀ ਹਿਮਾਲਿਆ ਵੀ ਕਹਿੰਦੇ ਨੇ ਅਤੇ ਹਿਮਾਦਰੀ ਵੀ ਕਹਿੰਦੇ ਨੇ। ਇਸ ਸ਼੍ਰੇਣੀ ਦੀ ਔਸਤ ਉਚਾਈ ਕਿੰਨੀ ਹੈ? 6100 ਮੀਟਰ ਅਤੇ ਲੰਬਾਈ 2400 ਕਿਲੋਮੀਟਰ। ਸੰਸਾਰ ਦੀ ਸਭ ਤੋਂ ਉੱਚੀ ਪਰਬਤ ਚੋਟੀ ਮਾਊਂਟ ਐਵਰੈਸਟ 8848 ਮੀਟਰ ਇਸੇ ਪਰਬਤ ਲੜੀ ਵਿੱਚ ਹੀ ਹੈ। ਕਈ ਮਹੱਤਵਪੂਰਨ ਦਰੇ ਜਿਵੇਂ ਜੋਜ਼ੀਲਾ, ਬੜਾ ਲਾਚਾਲਾ, ਸ਼ਿਪਕਿਲਾ, ਨਾਥੁਲਾ, ਜਲੋਪਲਾ ਆਦਿ ਸਭ ਇੱਥੇ ਸਥਿਤ ਨੇ। ਓਕੇ, ਕੁਐਸਚਨ ਨੰਬਰ 4, ਪੂਰਬੀ ਅਤੇ ਪੱਛਮੀ ਘਾਟਾਂ ਵਿੱਚ ਅੰਤਰ ਦੱਸੋ। ਠੀਕ ਹੈ ਬਈ, ਜਿਹੜਾ ਖਾੜੀ ਬੰਗਾਲ ਨਾਲ ਟੱਚ ਕਰਦਾ ਹੈ ਉਸ ਨੂੰ ਅਸੀਂ ਪੂਰਬੀ ਘਾਟ ਕਹਿੰਦੇ ਹਾਂ, ਅਤੇ ਜਿਹੜਾ ਅਰਬ ਸਾਗਰ ਨਾਲ ਟੱਚ ਕਰਦਾ ਤੱਟ ਦਾ ਮੈਦਾਨ ਹੈ ਉਸ ਨੂੰ ਅਸੀਂ ਪੱਛਮੀ ਘਾਟ ਕਹਿੰਦੇ ਹਾਂ। ਇਹ ਘਾਟ ਪੱਛਮੀ ਘਾਟ ਦੇ ਨਾਲ ਨਾਲ ਤਾਪੀ ਨਦੀ ਦੇ ਮੁਹਾਣੇ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਫੈਲੇ ਹੋਏ ਨੇ। ਅਤੇ ਪੂਰਬੀ ਘਾਟ ਕਿੱਥੋਂ ਸ਼ੁਰੂ ਹੁੰਦੇ ਆ? ਮਹਾਨਦੀ ਤੋਂ, ਅਤੇ ਇਹ ਨੀਲਗਿਰੀ ਤੱਕ ਫੈਲੇ ਹੋਏ ਨੇ। ਦੂਸਰਾ, ਪੱਛਮੀ ਘਾਟ ਦੇ ਪਰਬਤ ਇੱਕ ਲੰਬੀ ਲੜੀ ਬਣਾਉਂਦੇ ਹਨ, ਜਦ ਕਿ ਪੂਰਬੀ ਘਾਟ ਦੇ ਵਿਚਕਾਰ ਨਦੀਆਂ ਆ ਜਾਂਦੀਆਂ ਹੈ, ਜਿਸ ਕਰਕੇ ਪਹਾੜੀਆਂ ਦੇ ਰੂਪ ਦਿਖਾਈ ਦਿੰਦੇ ਨੇ। ਤੀਸਰਾ, ਪੱਛਮੀ ਘਾਟ ਦੀ ਸਭ ਤੋਂ ਉੱਚੀ ਚੋਟੀ ਦਾ ਨਾਮ ਹੈ ਅਨਾਈਮੁਦੀ। ਪੂਰਬੀ ਘਾਟ ਦੀ ਸਭ ਤੋਂ ਉੱਚੀ ਚੋਟੀ ਦਾ ਨਾਮ ਹੈ ਮਹੇਂਦਰਗਿਰੀ। ਚੌਥਾ ਪੁਆਇੰਟ, ਪੱਛਮੀ ਘਾਟ ਵਿੱਚ ਥਾਲ ਘਾਟ, ਭੋਰ ਘਾਟ, ਸੇਨਕੋਟਾ ਅਤੇ ਪਾਲ ਘਾਟ ਮਹੱਤਵਪੂਰਨ ਦਰੇ ਹਨ, ਅਤੇ ਪੂਰਬੀ ਘਾਟ ਦੇ ਵਿੱਚ ਕੋਈ ਵੀ ਦਰਾ ਨਹੀਂ ਹੈ। ਸੋ ਇਸ ਤਰ੍ਹਾਂ ਅਸੀਂ ਪੱਛਮੀ ਘਾਟ ਅਤੇ ਪੂਰਬੀ ਘਾਟ ਦੇ ਵਿੱਚ ਅੰਤਰ ਸਪਸ਼ਟ ਕਰ ਸਕਦੇ ਹਾਂ।
ਪ੍ਰਸ਼ਨ ਨੰਬਰ 5, ਭਾਰਤੀ ਦੀਪ ਸਮੂਹਾਂ ਦਾ ਵਰਗੀਕਰਨ ਕਰੋ ਅਤੇ ਟਾਪੂਆਂ ਦੇ ਨਾਮ ਲਿਖੋ। ਭਾਰਤੀ ਦੀਪਾਂ ਦੀ ਕੁੱਲ ਸੰਖਿਆ ਹੈਗੀ ਹੈ 267 ਤੇ ਇਹਨਾਂ ਨੂੰ ਅਸੀਂ ਦੋ ਭਾਗਾਂ ਵਿੱਚ ਵੰਡਦੇ ਹਾਂ। ਇੱਕ ਹੈਗਾ ਅੰਡੇਮਾਨ ਅਤੇ ਨਿਕੋਬਾਰ, ਜਿਹੜਾ ਕਿ ਬੰਗਾਲ ਦੀ ਖਾੜੀ ਵਿੱਚ ਹੈ। ਦੂਸਰਾ ਹੈਗਾ ਲਕਸ਼ਦ੍ਵੀਪ, ਜਿਹੜਾ ਕਿ ਅਰਬ ਸਾਗਰ ਵਿੱਚ ਹੈ। ਆਓ ਅਸੀਂ ਇਹਨਾਂ ਵਿੱਚ ਫਰਕ ਜਾਣੀਏ। ਅੰਡੇਮਾਨ ਨਿਕੋਬਾਰ ਦੀਪ ਸਮੂਹ ਜਿਹੜਾ ਹੈ ਉੱਤਰ ਪੂਰਬੀ ਪਹਾੜੀ ਸ਼੍ਰੇਣੀ ਅਰਾਕਾਮ ਯੋਮਾ ਮਿਆਂਮਾਰ ਦਾ ਵੀ ਵਿਸਥਾਰ ਹਨ। ਸੈਡਲ ਪਹਾੜ ਅੰਡੇਮਾਨ ਨਿਕਰ ਦੀ ਸਭ ਤੋਂ ਵੱਡੀ ਚੋਟੀ ਹਨ ਤੇ ਇਸ ਦੀ ਉਚਾਈ ਹੈਗੀ 737 ਮੀਟਰ। ਨਿਕੋਬਾਰ ਦੇ ਵਿੱਚ 19 ਦੀਪ ਸ਼ਾਮਿਲ ਨੇ, ਜਿਨ੍ਹਾਂ ਦੇ ਵਿੱਚੋਂ ਗ੍ਰੇਟ ਨਿਕੋਬਾਰ ਨਾਮ ਦਾ ਸਭ ਤੋਂ ਵੱਡਾ ਦੀਪ ਹੈ ਤੇ ਲਕਸ਼ਦੀਪ ਅਰਬ ਸਾਗਰ ਵਿੱਚ ਹੈ। ਇਸ ਦੀ ਕੁੱਲ ਗਿਣਤੀ ਕਿੰਨੀ ਹੈ? 34। ਇਸ ਦੇ ਉੱਤਰ ਦੇ ਵਿੱਚ ਅਮੀਨ ਦੀਵੀ ਸਮੂਹ ਅਤੇ ਦੱਖਣ ਦੇ ਵਿੱਚ ਮਿਨੀਕੋਇ ਦੀਪ ਸਮੂਹ ਹਨ। ਪ੍ਰਸ਼ਨ ਨੰਬਰ 6, ਭਾਂਬਰ ਅਤੇ ਤਰਾਈ ਵਿੱਚ ਅੰਤਰ ਸਪਸ਼ਟ ਕਰੋ। ਭਾਂਬਰ ਸ਼ਿਵਾਲਿਕ ਸ਼੍ਰੇਣੀ ਦੇ ਬਿਲਕੁਲ ਪੈਰਾਂ ਵਿੱਚ 8 ਤੋਂ 16 ਕਿਲੋਮੀਟਰ ਚੌੜੀ ਪੱਟੀ ਹੈ। ਇਸ ਦੇ ਸ਼ਿਵਾਲਿਕ ਸ਼੍ਰੇਣੀ ਤੋਂ ਜਦੋਂ ਦਰਿਆ ਮੈਦਾਨੀ ਇਲਾਕਿਆਂ ਦੇ ਵਿੱਚ ਪ੍ਰਵੇਸ਼ ਕਰਦੇ ਹਨ ਤੇ ਆਪਣੇ ਨਾਲ ਲਿਆਂਦੀ ਰੇਤ, ਕੰਕੜ, ਬਜਰੀ ਤੇ ਪੱਥਰ ਇੱਥੇ ਹੀ ਜਮ੍ਹਾਂ ਕਰ ਜਾਂਦੇ ਹਨ। ਇਹਨਾਂ ਕੰਕਰ ਪੱਥਰਾਂ ਦੀ ਪਾਣੀ ਸੋਖਣ ਦੀ ਸਮਰੱਥਾ ਬਹੁਤ ਜ਼ਿਆਦਾ ਹੁੰਦੀ ਹੈ, ਇਸ ਕਰਕੇ ਇਹ ਖੇਤੀਬਾੜੀ ਲਈ ਲਾਹੇਵੰਦ ਨਹੀਂ ਹੁੰਦੇ। ਸੋ ਭਾਂਬਰ ਦਾ ਮੈਦਾਨ ਜਿਹੜਾ ਹੈ ਇਹ ਖੇਤੀਬਾੜੀ ਲਈ ਬਹੁਤਾ ਫਾਇਦੇਮੰਦ ਨਹੀਂ ਹੁੰਦਾ। ਤੇ ਤਰਾਈ ਖੇਤਰ ਕਿਹੜਾ ਹੈ? ਭਾਂਬਰ ਦੇ ਬਿਲਕੁਲ ਦੱਖਣ ਦੇ ਵਿੱਚ 15 ਤੋਂ 20 ਕਿਲੋਮੀਟਰ ਚੌੜਾਈ ਦਲਦਲੀ ਪੱਟੀ ਹੈ। ਇਸ ਪੱਟੀ ਨੂੰ ਤਰਾਈ ਕਿਹਾ ਜਾਂਦਾ ਹੈ। ਭਾਂਬਰ ਪੱਟੀ ਵਿੱਚ ਕੰਕੜ ਪੱਥਰਾਂ ਦੇ ਹੇਠਾਂ ਵਗਦੀਆਂ ਨਦੀਆਂ ਦੁਬਾਰਾ ਭੂਮੀ ਉੱਤੇ ਵਗਣ ਲੱਗਦੀਆਂ ਹਨ। ਇਸ ਕਰਕੇ ਇਹ ਪੱਟੀ ਅਤੇ ਹੁਮਸ ਨਾਲ ਭਰੀ ਹੁੰਦੀ ਹੈ। ਤਰਾਈ ਪੱਟੀ ਵਿੱਚ ਜ਼ਿਆਦਾ ਵਰਖਾ ਹੋਣ ਕਾਰਨ ਇੱਥੇ ਸੰਘਣੇ ਜੰਗਲ, ਜੀਵ ਜੰਤੂ ਵਧੇਰੇ ਪਾਏ ਜਾਂਦੇ ਹਨ। ਓਕੇ, ਨੈਕਸਟ, ਪ੍ਰਾਇਦੀਪੀ ਪਠਾਰਾਂ ਅਤੇ ਉਹਨਾਂ ਦੀਆਂ ਪਰਬਤ ਲੜੀਆਂ ਬਾਰੇ ਵਿਸਥਾਰ ਵਿੱਚ ਦੱਸੋ। ਸੋ ਪ੍ਰਾਇਦੀਪੀ ਪਠਾਰ ਕਿਹੜੇ ਨੇ? ਜਿਹੜੇ ਦੱਖਣ ਭਾਰਤ ਦੇ ਵਿੱਚ ਨੇ। ਭਾਰਤ ਦਾ ਤੀਸਰਾ ਪ੍ਰਮੁੱਖ ਭੂ ਭਾਗ ਮੱਧ ਤੋਂ ਦੱਖਣ ਭਾਰਤੀ ਪਠਾਰੀ ਇਲਾਕਾ ਹੈ। ਇਸ ਵਿੱਚ ਸ਼ਾਮਿਲ ਕੀ ਹੈ? ਨੰਬਰ 1, ਮੱਧ ਭਾਰਤ ਦਾ ਪਠਾਰ। ਇਸ ਪਠਾਰੀ ਪ੍ਰਦੇਸ਼ ਦੇ ਵਿੱਚ ਕੀ ਆਉਂਦਾ ਹੈ? ਮਾਰਵਾੜ ਪ੍ਰਦੇਸ਼ ਦੇ ਪੂਰਬ ਤੋਂ ਫੈਲਿਆ ਹੋਇਆ ਹੈ। ਇਸ ਦੀ ਦਰਾੜ ਘਾਟੀ ਦੇ ਵਿੱਚ ਚੰਬਲ ਅਤੇ ਉਸ ਦੀਆਂ ਸਹਾਇਕ ਨਦੀਆਂ ਵਹਿੰਦੀਆਂ ਹਨ। ਇਹ ਪਠਾਰ ਦੇ ਪੂਰਬ ਵਿੱਚ ਯਮੁਨਾ ਦੇ ਨੇੜੇ ਬੁੰਦੇਲਖੰਡ ਦਾ ਇਲਾਕਾ ਪੈਂਦਾ ਹੈ। ਤੇ ਦੂਸਰਾ ਹੈਗਾ ਮਾਲਵੇ ਦਾ ਪਠਾਰ। ਪੱਛਮ ਦੇ ਵਿੱਚ ਅਰਾਵਲੀ ਪਰਬਤ ਸ਼੍ਰੇਣੀ, ਦੱਖਣ ਵਿੱਚ ਵਿੰਧਿਆਚਲ ਅਤੇ ਪੂਰਬ ਦਿਸ਼ਾ ਵੱਲ ਛੋਟਾ ਨਾਗਪੁਰ, ਰਾਜ ਮਹਿਲ ਦੀਆਂ ਪਹਾੜੀਆਂ ਅਤੇ ਸ਼ਿਲਾਂਗ ਦੇ ਪਠਾਰ ਤੱਕ ਇਹ ਪਠਾਰ ਤ੍ਰਿਭੁਜ ਆਕਾਰ ਦਾ ਹੈ। ਇਹ ਪਠਾਰ ਜਵਾਲਾਮੁਖੀਆਂ ਦੁਆਰਾ ਵਿਛਾਈ ਗਈ ਕਾਲੀ ਮਿੱਟੀ ਦਾ ਬਣਿਆ ਹੈ, ਜੋ ਕਪਾਹ ਅਤੇ ਗੰਨੇ ਦੀ ਖੇਤੀ ਲਈ ਕਾਫੀ ਲਾਹੇਵੰਦ ਹੈ। ਇਸ ਪਠਾਰ ਵਿੱਚ 3 ਵੱਡੀਆਂ ਪਹਾੜੀ ਲੜੀਆਂ ਕਿਹੜੀਆਂ ਨੇ? ਅਰਾਵਲੀ, ਵਿੰਧਿਆਚਲ ਅਤੇ ਸਤਪੁੜਾ ਆਉਂਦੀਆਂ ਹਨ। ਅਰਾਵਲੀ ਸੰਸਾਰ ਦੀ ਸਭ ਤੋਂ ਪੁਰਾਣੀਆਂ ਪਰਬਤ ਲੜੀਆਂ ਦੇ ਵਿੱਚੋਂ ਇੱਕ ਹੈ ਤੇ ਇਸ ਦੀ ਸਭ ਤੋਂ ਉੱਚੀ ਚੋਟੀ ਦਾ ਨਾਮ ਹੈ ਗੁਰੂ ਸ਼ਿਖਰ। 1722 ਮੀਟਰ ਇਸ ਦੀ ਉਚਾਈ ਹੈ। ਦੱਖਣ ਦਾ ਪਠਾਰ 5 ਲੱਖ ਵਰਗ ਕਿਲੋਮੀਟਰ ਵਿੱਚ ਫੈਲੇ ਪਠਾਰ ਪ੍ਰਾਇਦੀਪੀ ਪਠਾਰਾਂ ਦਾ 7ਵਾਂ ਵੱਡਾ ਪਠਾਰ ਹੈ। ਇਸ ਪਠਾਰ ਦੀ ਢਲਾਣ ਪੱਛਮ ਤੋਂ ਪੂਰਬ ਵੱਲ ਹੁੰਦੀ ਹੈ। ਇਸ ਵਿੱਚ ਨਦੀਆਂ ਕਿਹੜੀਆਂ ਨੇ? ਗੋਦਾਵਰੀ, ਕ੍ਰਿਸ਼ਨਾ, ਕਾਵੇਰੀ, ਮਹਾਨਦੀ, ਇੰਦਰਾਵਤੀ, ਤੁੰਗਭਦਰਾ, ਪੇਨਾਰ,
ਇਸ ਦੇ ਵਿੱਚ ਵਗਦੀਆਂ ਨੇ ਤੇ ਇਹ ਡਿੱਗਦੀਆਂ ਕਿੱਥੇ ਆ? ਬੰਗਾਲ ਦੀ ਖਾੜੀ ਵਿੱਚ। ਇਸ ਪਠਾਰ ਵਿੱਚ ਮੌਸਮੀ ਨਦੀਆਂ ਕਾਰਨ ਹੇਠ ਲਿਖੇ ਸਪਸ਼ਟ ਭੂਗੋਲਿਕ ਭਾਗ ਮਿਲਦੇ ਨੇ। ਪਹਿਲਾ ਮਹਾਰਾਸ਼ਟਰ ਦਾ ਪਠਾਰ, ਫਿਰ ਤੇਲੰਗਾਨਾ ਦੀ ਪਠਾਰ, ਫਿਰ ਕਰਨਾਟਕ ਦੀ, ਪੱਛਮੀ ਘਾਟ, ਪੂਰਬੀ ਘਾਟ, ਦੰਡਕਾਰण्य, ਦੱਖਣੀ ਪਹਾੜੀ ਸਮੂਹ। ਪ੍ਰਾਇਦੀਪੀ ਪਠਾਰ ਖਣਿਜਾਂ ਦਾ ਭੰਡਾਰ ਹੈ। ਇੱਥੇ ਦੀ ਖਾਸੀਅਤ ਇਹ ਹੈ, ਇਸ ਤਰ੍ਹਾਂ ਉੱਤਰ ਦਾ ਮੈਦਾਨ ਹੈ ਖੇਤੀਬਾੜੀ ਵਾਸਤੇ, ਅਤੇ ਦੱਖਣ ਦਾ ਜਿਹੜਾ ਪ੍ਰਾਇਦੀਪੀ ਪਠਾਰ ਹੈ ਇੱਥੇ ਖਣਿਜ ਮਿਲਦੇ ਨੇ। ਖਣਿਜ ਕੀ ਹੁੰਦੇ ਨੇ? ਜਿਸ ਤਰ੍ਹਾਂ ਕਿ ਮੈਗਨੀਜ਼, ਲੋਹਾ, ਕੋਲਾ, ਤਾਂਬਾ, ਬਾਕਸਾਈਟ, ਅਬਰਕ, ਸੋਨਾ ਆਦਿ ਦੇ 98% ਭੰਡਾਰ ਇੱਥੇ ਹੀ ਮਿਲਦੇ ਆ। ਇਸ ਤੋਂ ਇਲਾਵਾ ਇੱਥੇ ਖੇਤੀਬਾੜੀ ਵੀ ਕੀਤੀ ਜਾਂਦੀ ਹੈ, ਜਿਸ ਤਰ੍ਹਾਂ ਕਿ ਚਾਹ ਦੀ ਖੇਤੀ, ਰਬੜ, ਗੰਨਾ, ਦਾਲਾਂ, ਕੌਫੀ, ਜਵਾਰ, ਬਾਜਰਾ, ਮਸਾਲੇ, ਤੰਬਾਕੂ, ਤੇਲਾਂ ਦੇ ਬੀਜ, ਇਹਨਾਂ ਦੀ ਖੇਤੀ ਇੱਥੇ ਕੀਤੀ ਜਾਂਦੀ ਹੈ। ਪ੍ਰਸ਼ਨ ਨੰਬਰ 2, ਗੰਗਾ ਬ੍ਰਹਮਪੁੱਤਰ ਦੇ ਮੈਦਾਨਾਂ ਦੀ ਬਣਤਰ ਬਾਰੇ ਦੱਸੋ ਅਤੇ ਉਹਨਾਂ ਦੀ ਖੇਤਰੀ ਵੰਡ ਕਰੋ। ਸੋ ਬੱਚਿਓ, ਗੰਗਾ ਦੇ ਜਿਹੜੇ ਮੈਦਾਨ ਨੇ ਇਹ ਸੰਸਾਰ ਦੇ ਸਭ ਤੋਂ ਵੱਡੇ ਮੈਦਾਨ ਨੇ, ਸਭ ਤੋਂ ਉਪਜਾਊ ਮੈਦਾਨ ਨੇ। ਇਹਨਾਂ ਮੈਦਾਨਾਂ ਦਾ ਨਿਰਮਾਣ ਗੰਗਾ ਅਤੇ ਉਸ ਦੀਆਂ ਸਹਾਇਕ ਨਦੀਆਂ ਗੰਗਾ, ਜਮੁਨਾ, ਘਾਗਰਾ, ਕੋਸੀ, ਸੋਨ, ਕੇਲ, ਬੇਤਵਾ ਅਤੇ ਚੰਬਲ ਦੁਆਰਾ ਵਿਛਾਈ ਗਈ ਮਿੱਟੀ ਨਾਲ ਹੋਇਆ ਹੈ। ਇਹਨਾਂ ਦੀ ਲੰਬਾਈ ਕਿੰਨੀ ਹੈ? 550 ਕਿਲੋਮੀਟਰ ਅਤੇ ਚੌੜਾਈ 380 ਕਿਲੋਮੀਟਰ। ਇਹਨਾਂ ਮੈਦਾਨਾਂ ਨੂੰ 3 ਉਪ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਸੋ ਪਿਆਰੇ ਬੱਚਿਓ, ਦੇਖੀਏ ਕਿਹੜੇ 3 ਉਪ ਭਾਗ ਨੇ। ਪਹਿਲਾ ਹੈਗਾ ਜੇ ਗੰਗਾ ਦੇ ਉੱਚੇ ਮੈਦਾਨ। ਇਹਨਾਂ ਮੈਦਾਨਾਂ ਨੂੰ ਗੰਗਾ ਯਮੁਨਾ ਦੁਆਬ ਕਹਿੰਦੇ ਨੇ। ਇਹ ਮੈਦਾਨ ਗੰਗਾ ਅਤੇ ਜਮੁਨਾ ਤੋਂ ਇਲਾਵਾ ਰਾਮ ਗੰਗਾ, ਸ਼ਾਰਦਾ, ਬੇਤਵਾ, ਗੋਮਤੀ ਅਤੇ ਘਾਗਰਾ ਨਦੀਆਂ ਦੁਆਰਾ ਵਿਛਾਈ ਗਈ ਮਿੱਟੀ ਤੋਂ ਬਣਿਆ ਹੈ। ਇਹਨਾਂ ਮੈਦਾਨਾਂ ਵਿੱਚ ਭਾਂਬਰ ਅਤੇ ਤਰਾਈ ਦੇ ਮੈਦਾਨ ਸ਼ਾਮਲ ਨੇ। ਗੰਗਾ ਦੇ ਵਿਚਕਾਰਲੇ ਮੈਦਾਨ ਕਿਹੜੇ ਹੈ? ਇਹ ਮੈਦਾਨ ਉੱਤਰ ਪ੍ਰਦੇਸ਼ ਦੇ ਪੂਰਬੀ ਭਾਗ ਅਤੇ ਬਿਹਾਰ ਰਾਜਾਂ ਵਿੱਚ ਫੈਲੇ ਹੋਏ ਹਨ। ਇਸ ਮੈਦਾਨ ਨੂੰ ਬਿਹਾਰ ਦੇ ਮੈਦਾਨ ਜਾਂ ਮਿਥਿਲਾ ਮੈਦਾਨ ਵੀ ਕਹਿੰਦੇ। ਇਹ ਮੈਦਾਨ ਘਾਗਰਾ, ਗੰਡਕ, ਸੋਨ, ਕੋਸੀ ਨਦੀਆਂ ਦੁਆਰਾ ਵਿਛਾਈ ਗਈ ਮਿੱਟੀ ਨਾਲ ਬਣੇ ਹੈ। ਤੀਸਰਾ ਹੈਗਾ ਜੇ ਗੰਗਾ ਦੇ ਹੇਠਲੇ ਮੈਦਾਨ। ਇਹਨਾਂ ਮੈਦਾਨਾਂ ਦੀ ਲੰਬਾਈ ਹੈਗੀ 580 ਕਿਲੋਮੀਟਰ ਅਤੇ ਚੌੜਾਈ 200 ਕਿਲੋਮੀਟਰ। ਇਹ ਮੈਦਾਨ ਤੀਸਤਾ, ਜਲਢਾਕਾ ਅਤੇ ਤੋਰਸਾ ਨਦੀਆਂ ਦੇ ਜਲੋੜ ਦੇ ਜਮ੍ਹਾਂ ਹੋਣ ਨਾਲ ਬਣਿਆ ਹੈ। ਇਸ ਮੈਦਾਨ ਦਾ 2/3 ਹਿੱਸਾ ਕਿਹੜਾ ਹੈ? ਸੁੰਦਰਬਨ ਡੈਲਟਾ ਹੈ, ਜਿਹੜਾ ਕਿ ਸੰਸਾਰ ਦਾ ਸਭ ਤੋਂ ਵਿਸ਼ਾਲ ਡੈਲਟਾ ਹੈ। ਨੈਕਸਟ ਹੈਗਾ ਬ੍ਰਹਮਪੁੱਤਰ ਦੇ ਮੈਦਾਨ। ਇਸ ਮੈਦਾਨ ਨੂੰ ਅਸਾਮ ਦਾ ਮੈਦਾਨ ਵੀ ਕਿਹਾ ਜਾਂਦਾ ਹੈ। ਸਮੁੰਦਰ ਤਲ ਤੋਂ ਇਸ ਦੀ ਉਚਾਈ ਹੈਗੀ 250 ਤੋਂ ਲੈ ਕੇ 550 ਮੀਟਰ। ਪ੍ਰਸ਼ਨ ਨੰਬਰ 3, ਭਾਰਤ ਦੀ ਤੱਟਵਰਤੀ ਮੈਦਾਨਾਂ ਦਾ ਵਰਣਨ ਕਰੋ। ਸੋ ਬੱਚਿਓ, ਹੁਣ ਤੱਕ ਅਸੀਂ ਪਰਬਤਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ, ਮੈਦਾਨਾਂ ਬਾਰੇ ਕੀਤੀ, ਪਠਾਰਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਤੱਟ ਦੇ ਮੈਦਾਨ ਵੀ ਸਾਡੇ ਦੇਸ਼ ਵਿੱਚ ਬੜੀ ਇੰਪੋਰਟੈਂਟ ਭੂਮਿਕਾ ਅਦਾ ਕਰਦੇ ਨੇ। ਤੱਟ ਦੇ ਮੈਦਾਨਾਂ ਨੂੰ ਅਸੀਂ ਵੰਡਦੇ ਹਾਂ 2 ਭਾਗਾਂ ਦੇ ਵਿੱਚ। ਪਹਿਲਾ ਹੈਗਾ ਪੱਛਮੀ ਤੱਟ ਦਾ ਮੈਦਾਨ। ਉੱਤਰ ਵਿੱਚ ਕੱਛ ਦੇ ਰੇਗਿਸਤਾਨ ਤੋਂ ਲੈ ਕੇ ਦੱਖਣ ਵਿੱਚ ਕੰਨਿਆ ਕੁਮਾਰੀ ਤੱਕ ਔਸਤਨ 65 ਕਿਲੋਮੀਟਰ ਚੌੜੇ ਪੱਛਮੀ ਤੱਟ ਦੇ ਮੈਦਾਨ। ਤੱਟੀ ਮੈਦਾਨਾਂ ਨੂੰ 4 ਪ੍ਰਮੁੱਖ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਗੁਜਰਾਤ ਦਾ ਮੈਦਾਨ, ਕੋਂਕਣ ਦਾ ਮੈਦਾਨ, ਕਰਨਾਟਕ ਦਾ ਮੈਦਾਨ ਅਤੇ ਕੇਰਲ ਦਾ ਤੱਟਵਰਤੀ ਮੈਦਾਨ। ਜਿਹੜਾ ਗੁਜਰਾਤ ਦਾ ਮੈਦਾਨ ਹੈ ਇਹ ਕੱਛ ਤੋਂ ਸੌਰਾਸ਼ਟਰ ਤੱਕ ਹੁੰਦਾ ਹੈ ਅਤੇ ਇਸ ਵਿੱਚ ਖੰਬਾਤ ਦੀ ਖਾੜੀ ਤੱਕ ਤੱਟਵਰਤੀ ਹਿੱਸੇ ਵਿੱਚ ਚੱਲਦਾ ਹੈ। ਕੋਂਕਣ ਦਾ ਮੈਦਾਨ ਦਮਨ ਤੋਂ ਗੋਆ ਤੱਕ 500 ਕਿਲੋਮੀਟਰ ਲੰਬਾ ਹੈ।
ਮੁੰਬਈ ਵਿੱਚ ਇਸੇ ਤੱਟ ਉੱਪਰ ਅਹਿਮ ਬੰਦਰਗਾਹ ਹੈਗੀ ਹੈ। ਕੋਂਕਣ ਤੱਟ ਨੂੰ ਕਾਰਾਵਲੀ ਜਾਂ ਕਿਨਾਰਾ ਵੀ ਆਖਿਆ ਜਾਂਦਾ ਹੈ। ਫਿਰ ਹੈਗਾ ਮਾਲਾਬਾਰ ਦਾ ਤੱਟਵਰਤੀ ਮੈਦਾਨ। ਮੰਗਲੋਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਇਸ ਦੀ ਸਭ ਤੋਂ ਵੱਡੀ ਝੀਲ ਦਾ ਨਾਮ ਹੈ ਵੈਬਾਨੰਦ। ਪੂਰਬੀ ਦੇਖੀਏ, ਪੂਰਬੀ ਤੱਟ ਦੇ ਮੈਦਾਨ ਪੂਰਬ ਦੇ ਵਿੱਚ ਪੱਛਮੀ ਬੰਗਾਲ, ਉੜੀਸਾ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਪੂਰਬੀ ਤੱਟ ਦੇ ਮੈਦਾਨ ਹਨ। ਇਹ ਮੈਦਾਨ ਪੂਰਬੀ ਦਿਸ਼ਾ ਵਿੱਚ ਵਗਣ ਵਾਲੀਆਂ ਨਦੀਆਂ ਮਹਾਨਦੀ, ਗੋਦਾਵਰੀ, ਕ੍ਰਿਸ਼ਨਾ, ਕਾਵੇਰੀ ਅਤੇ ਉਹਨਾਂ ਦੀਆਂ ਸਹਾਇਕ ਨਦੀਆਂ ਦੁਆਰਾ ਵਿਛਾਈ ਗਈ ਜਲੋੜ ਮਿੱਟੀ ਨਾਲ ਬਣਿਆ। ਇਸ ਮੈਦਾਨ ਵਿੱਚ ਪੁਲੀਕਟ ਝੀਲ ਸਭ ਤੋਂ ਪ੍ਰਸਿੱਧ ਹੈ ਤੇ ਉੜੀਸਾ ਦੇ ਵਿੱਚ ਖਾਰੇ ਪਾਣੀ ਦੀ ਚਿਲਕਾ ਝੀਲ ਭਾਰਤ ਦੀ ਸਭ ਤੋਂ ਵੱਡੀ ਝੀਲ ਹੈ। ਪ੍ਰਸ਼ਨ ਨੰਬਰ 4, ਹਿਮਾਲਾ ਪਰਬਤ ਦੇ ਦੱਖਣ ਦੀ ਪਠਾਰ ਦੇ ਲਾਭਾਂ ਦੀ ਤੁਲਨਾ ਕਰੋ। ਹਿਮਾਲਾ ਪਰਬਤ ਦੇ ਲਾਭ ਦੇਖੀਏ। ਸਭ ਤੋਂ ਪਹਿਲਾਂ ਮੌਨਸੂਨ ਪੌਣਾ। ਹਿਮਾਲਿਆ ਪਰਬਤ ਨਾਲ ਟਕਰਾ ਕੇ ਭਾਰਤ ਦੇ ਉੱਤਰੀ ਮੈਦਾਨਾਂ ਵਿੱਚ ਖੂਬ ਵਰਖਾ ਕਰਦੀ ਹੈ। ਦੂਸਰਾ, ਹਿਮਾਲਾ ਪਰਬਤ ਭਾਰਤ ਦੇ ਲਈ ਇੱਕ ਸਰਹੱਦ ਦਾ ਕੰਮ ਕਰਦਾ ਹੈ ਤੇ ਹਮਲਾਵਰਾਂ ਤੋਂ ਦੇਸ਼ ਦੀ ਸੁਰੱਖਿਆ ਕਰਦਾ ਹੈ। ਤੀਸਰਾ, ਹਿਮਾਲਾ ਪਰਬਤ ਦੇ ਦੱਖਣ ਜੰਗਲ ਕਈ ਪ੍ਰਕਾਰ ਦੇ ਰੁੱਖਾਂ ਅਤੇ ਜੜੀ ਬੂਟੀਆਂ ਦਾ ਭੰਡਾਰ। ਇਹਨਾਂ ਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਬਣਦੀਆਂ ਨੇ। ਤੇ ਚੌਥਾ ਹੈਗਾ ਡਲਹੌਜ਼ੀ, ਸ਼ਿਮਲਾ, ਨੈਨੀਤਾਲ, ਮਨਾਲੀ, ਮਸੂਰੀ ਅਤੇ ਦਾਰਜਲਿੰਗ ਵਰਗੇ ਸਿਹਤ ਵਰਗਕ ਸਥਾਨ ਜਿੱਥੇ ਕਿ ਸੈਲਾਨੀ ਹਰ ਸਾਲ ਘੁੰਮਣ ਫਿਰਨ ਜਾਂਦੇ ਨੇ, ਉਹ ਇੱਥੇ ਹੀ ਹੈ। ਅਤੇ ਦੱਖਣ ਦੇ ਪਠਾਰ ਦੇ ਵੀ ਬਹੁਤ ਲਾਭ ਨੇ। ਦੇਸ਼ ਦੇ 98% ਖਣਿਜ ਪਦਾਰਥ ਸਾਨੂੰ ਇੱਥੋਂ ਹੀ ਮਿਲਦੇ ਆ। ਅਤੇ ਦੂਸਰਾ, ਲੋਹਾ, ਕੋਲਾ, ਤਾਂਬਾ, ਮੈਗਨੀਜ਼, ਅਬਰਕ, ਸੋਨਾ ਅਤੇ ਬਹੁਮੁੱਲੇ ਖਣਿਜ ਇੱਥੋਂ ਮਿਲਦੇ ਨੇ। ਅਤੇ ਇੱਥੇ ਦੇ ਮਿੱਟੀ, ਚਾਹ, ਰਬੜ, ਗੰਨਾ, ਕੌਫੀ, ਮਸਾਲੇ ਅਤੇ ਤੰਬਾਕੂ ਦੀ ਖੇਤੀ ਵਾਸਤੇ ਬਹੁਤ ਹੀ ਵਧੀਆ। ਸੋ ਪਿਆਰੇ ਵਿਦਿਆਰਥੀਓ, ਮੈਨੂੰ ਲੱਗਦਾ ਹੈ ਕਿ ਤੁਹਾਨੂੰ ਇਹ ਲੈਸਨ ਚੰਗੀ ਤਰ੍ਹਾਂ ਸਮਝ ਲੱਗ ਗਿਆ ਹੋਵੇਗਾ। ਸੋ ਇਹਨਾਂ ਪ੍ਰਸ਼ਨ ਉੱਤਰਾਂ ਨੂੰ ਆਪਣੀਆਂ ਸਮਾਜਿਕ ਵਿਗਿਆਨ ਦੀਆਂ ਕਾਪੀਆਂ ਦੇ ਉੱਪਰ ਲਿਖੋ ਅਤੇ 3-4 ਰੀਡਿੰਗਾਂ ਦੇਖ ਕੇ ਇਹਨਾਂ ਨੂੰ ਰਿਵਾਈਜ਼ ਕਰੋ ਤਾਂ ਕਿ ਪੱਕੇ ਐਗਜ਼ਾਮਸ ਦੇ ਵਿੱਚ ਜਦੋਂ ਇਹ ਪ੍ਰਸ਼ਨ ਉੱਤਰ ਆਉਣ ਤੁਹਾਡੇ ਬਹੁਤ ਹੀ ਚੰਗੇ ਨੰਬਰ ਆਉਣ। ਥੈਂਕ ਯੂ ਵੈਰੀ ਮੱਚ।